ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਸੁਖਮਨੀ ਸਾਹਿਬ ਬਾਣੀ ਦੇ 22ਵੇਂ ਸਲੋਕ ਅਤੇ 22ਵੀਂ ਅਸ਼ਟਪਦੀ ਦੀ ਵਾਰੀ ਹੈ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਜੀ ਜੰਤ ਕੇ ਠਾਕਰਾ ਆਪੇ ਵਰਤਣਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ। ਆਪ ਕਥੇ ਆਪ ਸੁਨਨੇ ਹਾਰ, ਆਪੇ ਏਕ ਆਪੇ ਵਿਸਤਾਰ। ਜਾ ਤਿਸ ਭਾਵੇ ਤਾਂ ਸਿਸ਼ਟ ਪਾਏ, ਆਪਣੇ ਭਾਣੇ ਲੈ ਸਮਾਏ। ਤੁਮ ਤੇ ਬਿਨ ਨਹੀਂ ਕੁਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕਿਉ ਪ੍ਰਭ ਜਿਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜਨ ਸਭ ਤਾਕੇ ਹਾਥ, ਦੀਨ ਦਿਆਲ ਨਾਥ ਕੋ ਨਾਥ। ਜਿਸ ਰਾਖੇ ਤਿਸ ਕੋਇ ਨ ਮਾਰੇ, ਸੋ ਮੁਆ ਜਿਸ ਮਨੋ ਬਿਸਾਰੇ। ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ जुग जाके सब हाथ, अंतर बार जाने साथ। गुण निदान बेअंत अपार, नानक दास सदा बलहार। पूरन पूर रहे दयाल, सब ऊपर होवत कृपाल। अपने करतव जाने आप, अंतर जामी रहो व्याप। प्रितपाले जीवन पो पा, जो जो रचे सो तिसे त्यात। जिस पावे तिस लय मिलाए, भगत रे हर के गुण गाए। मन अंतर विश्वास कर मान्या, करनहार नानक के जान्या। जान लागा हर एक के नाए, तिसकी आस न बिरथी जाए। सेवक को सेवा बनियाई, हुक्म बूझ परम पद पाई। इसते ऊपर नहीं विचार, जाके मन बसया निरंकार। बंधन तोर भय निर्वैर, रंदन पूजे गुर के पैर। ए लोक सुखिए पर लोक सुहेले, नानक हर प्रभ आपे मेले। साध संग मिल करो आनंद, गुण गावो परमानंद। राम नाम तत् करे विचार, दुर्लभ देखा करे उदार। अमृत बचन हर के गुण गाओ, प्रांत तरन काहे सुआओ। आठ पैर प्रभ पेखे नेरा, मिटे अज्ञान बिसे अंधेरा। सुन उपदेश हृदय बसावो, मन इच्छे नानक फल पावो। हल्त पुल्त दोले सवार, राम नाम अंतर उदार। पूरे गुर की पूरी दीख्या, जिस मन बसे तिस साच परीख्या। मन तन नाम जपो लिव लाए, दुख दर्द मन ते पौ जाए। सच व्यापार करे व्यापारी, दरगे निभे खेप तुम्हारी। एका टेक रखो मन माए, नानक बहर न आवे जाए। तिसते दूर कहा को जाए, उबरे राखन हार ते आए। निरपौ जपे सगल पौ मिटे, प्रभ कृपा ते प्राणी छूटे। जिस प्रभ राखे तिस नहीं दुख, नाम जपत मन होवत सुख। चिंता जाए मिटे अहंकार, तिस जन क्यों कोई न पहुँचन हार। सिर ऊपर ठाठा गुरसूरा, नानक ताके कारज पूरा। मत पूरी अमृत जाकी दृष्ट, दर्शन पेखत उदरत श्रेष्ठ। चरण कमल जाके अनूप, सफल दर्शन सुंदर हर रूप। तां सेवा सेवक परमाण, अंतर जामी पुरख प्रदान। जिस मन बसे सो होत निहाल, ताके निकट न आवत काल। अमर पै अमरा पद पाया, साध संग नानक हर ध्याया। अमर पै अमरा पद पाया, साध संग नानक हर ध्याया। श्लोक। जी जंत के ठाकरा आपे वरतनहार, नानक एको पसरिया ਦੂਜਾ ਕਹਿ ਦ੍ਰਿਸ਼ਟਾ। ਇਸ ਸ਼ਲੋਕ ਵਿੱਚ ਗੁਰੂ ਜੀ ਦੱਸਦੇ ਹਨ ਕਿ ਇਹ ਸੂਖਮ ਅਸਥੂਲ ਜੀ ਜੰਤੂਆਂ ਦੇ ਸਵਾਮੀ ਪਰਮੇਸ਼ਰ, ਤੂੰ ਆਪ ਹੀ ਸਭ ਵਿੱਚ ਵਰਤ ਰਿਹਾ ਹੈ। ਫਿਰ ਗੁਰੂ ਜੀ ਕਹਿੰਦੇ ਆ ਸਰਬਤਰ ਇੱਕੋ ਪਰਮੇਸ਼ਰ ਆਪ ਹੀ ਸਾਰੇ ਪਾਸੇ ਪਸਰਿਆ ਹੋਇਆ ਹੈ ਜੀ, ਦੂਜਾ ਹੋਰ ਕੋਈ ਨਹੀਂ ਹੈ ਜੀ। ਫਿਰ ਅਸ਼ਟਪਦੀ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਸਭ ਜੀਵਾਂ ਵਿੱਚ ਆਪ ਪਰਮੇਸ਼ਰ ਕਥਨ ਵਾਲਾ ਹੈ ਅਤੇ ਆਪ ਹੀ ਪਰਮੇਸ਼ਰ ਇੱਕ ਰੂਪ
ਵੀ ਤੂੰ ਆਪ ਹੀ ਹੈ ਜੀ, ਅਤੇ ਅਨੇਕ ਰੂਪ ਵੀ ਤੂੰ ਆਪ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਆਪ ਇੱਕ ਹੈ ਜੀ, ਅਤੇ ਆਪ ਹੀ ਸ੍ਰਿਸ਼ਟੀ ਰੂਪ ਵਿੱਚ ਵਿਸਥਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਦੋਂ ਉਸਨੂੰ ਜੋ ਚੰਗਾ ਲੱਗਦਾ ਹੈ ਜੀ ਤਾਂ ਸ੍ਰਿਸ਼ਟੀ ਦੀ ਸਿਰਜਣਾ ਕਰ ਦਿੰਦਾ ਹੈ ਜੀ, ਅਤੇ ਫਿਰ ਆਪਣੇ ਭਾਣੇ ਇੱਛਾ ਅਨੁਸਾਰ ਉਸਨੂੰ ਸਮੇਟ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ, ਆਪ ਜੀ ਦੇ ਹੁਕਮ ਤੋਂ ਬਿਨਾਂ ਭਿੰਨ ਕੁਝ ਨਹੀਂ ਹੁੰਦਾ ਜੀ। ਤੁਸੀਂ ਆਪਣੇ ਹੁਕਮ ਦੇ ਸੂਤਰ ਵਿੱਚ ਸਾਰੇ ਜਗਤ ਨੂੰ ਪਰੋਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਜੀਵ ਨੂੰ ਪਰਮੇਸ਼ਰ ਜੀ ਤੁਸੀਂ ਆਪ ਸਮਝਾ ਦਿੰਦੇ ਹੋ ਜੀ, ਉਹੀ ਗੁਰਮੁਖ ਸੇਵਕ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਨਾਮ ਪ੍ਰਾਪਤ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹੀ ਗੁਰਮੁਖ ਸਭ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੈ ਜੀ, ਅਤੇ ਉਹੀ ਤੱਤ ਵਸਤੂ ਦੇ ਭੇਤਾ ਭਾਵ ਜਾਣਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਇੱਕ ਸਮਾਨ ਸਭ ਨੂੰ ਇੱਕ ਨਜ਼ਰ ਨਾਲ ਹੀ ਵੇਖਣ ਵਾਲਾ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦਾ ਬ੍ਰਹਮ ਗਿਆਨ ਨੂੰ ਜਾਣਨ ਵਾਲਾ ਬੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਗੁਰਮੁਖ ਸਾਰੀ ਸਿਸਟਮ ਨੂੰ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਅਪਣਾ ਕੇ ਸਾਰੇ ਮਾਇਆਵੀ ਵਿਕਾਰ ਖਤਮ ਕਰਕੇ ਉਸ ਪਰਮੇਸ਼ਰ ਨਾਲ ਲੱਗਣ ਵਾਲਾ ਹੈ ਜੀ, ਅਤੇ ਸ੍ਰਿਸ਼ਟੀ ਨੂੰ ਜਿੱਤਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਰੇ ਜੀਵ ਜੰਤੂ ਉਸ ਪਰਮੇਸ਼ਰ ਦੇ ਹੱਥ ਵਿੱਚ ਹਨ ਜੀ। ਉਹ ਪਰਮੇਸ਼ਰ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਜੀ, ਅਤੇ ਅਨਾਥਾਂ ਦਾ ਨਾਥ ਹੈ ਜੀ। ਜਿਸ ਦੀ ਉਹ ਰੱਖਿਆ ਕਰਦਾ ਹੈ ਜੀ ਉਸ ਨੂੰ ਕੋਈ ਵੀ ਮਾਰ ਨਹੀਂ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹੀ ਮਰਿਆ ਹੋਇਆ ਸਮਝੋ ਜਿਸ ਨੇ ਆਪਣੇ ਮਨ ਵਿੱਚੋਂ ਉਸ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਨੂੰ ਤਿਆਗ ਕੇ ਭਾਵ ਛੱਡ ਕੇ ਕੋਈ ਕਿਸ ਹੋਰ ਪਾਸੇ ਕਿਉਂ ਜਾਏ ਜੀ। ਫਿਰ ਗੁਰੂ ਜੀ ਕਹਿੰਦੇ ਸਭ ਦੇ ਸਿਰ ਉੱਤੇ ਆਸਰਾ ਰੂਪ ਇੱਕ ਨਿਰੰਜਨ ਰਾਜਾ ਭਾਵ ਪਰਮੇਸ਼ਰ ਹੀ ਹੈ ਜੀ। ਸਾਰੇ ਜੀਵਾਂ ਦੀ ਜੁਗਤ ਜਿਸ ਪਰਮੇਸ਼ਰ ਦੇ ਹੱਥ ਵਿੱਚ ਹੈ ਜੀ ਉਸ ਨੂੰ ਅੰਦਰ ਬਾਹਰ ਭਾਵ ਆਪਣੇ ਅੰਦਰ ਬਾਹਰ ਹਰ ਸਥਾਨ ਉੱਤੇ ਸਾਰੀ ਸ੍ਰਿਸ਼ਟੀ ਉੱਤੇ ਸਦਾ ਆਪਣੇ ਨਾਲ ਸਮਝੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਸ਼ੁਭ ਗੁਣਾਂ ਦਾ ਖਜ਼ਾਨਾ ਬੇਅੰਤ ਅਤੇ ਅਪਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੈਂ ਉਸ ਪਰਮੇਸ਼ਰ ਤੋਂ ਬਲਿਹਾਰੀ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਦਿਆਲੂ ਸੰਪੂਰਨ ਜੀਵਾਂ ਵਿੱਚ ਅਤੇ ਸਭ ਥਾਵਾਂ ਵਿੱਚ ਪੂਰੀ ਤਰ੍ਹਾਂ ਵਿਆਪਕ ਹੈ ਜੀ, ਅਤੇ ਉਹ ਸਾਰਿਆਂ ਉੱਪਰ ਕਿਰਪਾ ਕਰਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਆਪਣੇ ਖੇਲ ਜਾਂ ਕਰਤੱਵ ਹੁਕਮ ਆਪ ਹੀ ਜਾਣਦਾ ਹੈ ਜੀ। ਉਹ ਅੰਤਰਜਾਮੀ ਪਰਮੇਸ਼ਰ ਸਭ ਪਾਸੇ ਵਿਆਪਕ ਹੈ ਜੀ। ਉਹ ਜੀਵਾਂ ਨੂੰ ਕਈ ਢੰਗਾਂ ਨਾਲ ਪਾਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੋ ਜੋ ਜੀਵ ਪਰਮੇਸ਼ਰ ਨੇ ਰਚਿਆ ਹੈ ਉਹ ਉਸ ਨੂੰ ਧਿਆਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਜਿਸ ਨੂੰ ਪਰਮੇਸ਼ਰ ਚਾਹੁੰਦਾ ਹੈ ਜੀ ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਨਾਲ ਮਿਲਾ ਲੈਂਦਾ ਹੈ ਜੀ। ਉਹ ਗੁਰਮੁਖ ਸਾਧਕ ਗੁਰਸ਼ਬਦ ਗੁਰਬਾਣੀ ਨਾਮ ਦੀ ਭਗਤੀ ਕਰਦਿਆਂ ਹੋਇਆਂ ਪਰਮੇਸ਼ਰ ਹਰ ਦੇ
ਗੁਣਾਂ ਦਾ ਗਾਇਨ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਭਗਤ ਨੇ ਆਪਣੇ ਮਨ ਵਿੱਚ ਵਿਸ਼ਵਾਸ ਭਰੋਸਾ ਕਰਕੇ ਪਰਮੇਸ਼ਰ ਦੇ ਭਾਣੇ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਧਾਰ ਕੇ ਮਾਇਆਵੀ ਵਿਕਾਰ ਖਤਮ ਕਰਕੇ ਮੰਨ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਗੁਰਮੁਖ ਨੇ ਸ੍ਰਿਸ਼ਟੀ ਦਾ ਕਰਤਾ ਇੱਕ ਪਰਮੇਸ਼ਰ ਨੂੰ ਹੀ ਜਾਣਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦਾ ਗੁਰਮੁਖ ਸੇਵਕ ਇੱਕ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਿਆ ਹੋਇਆ ਹੈ ਜੀ। ਉਸ ਦੀ ਆਸ ਵਿਅਰਥ ਖਾਲੀ ਨਹੀਂ ਜਾਂਦੀ ਜੀ। ਫਿਰ ਗੁਰੂ ਜੀ ਕਹਿੰਦੇ ਆ, ਸੇਵਕ ਨੂੰ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੇਵਾ ਕਰਨੀ ਬਣ ਆਉਂਦੀ ਹੈ ਜੀ। ਉਸ ਗੁਰਮੁਖ ਸੇਵਕ ਨੇ ਪਰਮੇਸ਼ਰ ਦਾ ਹੁਕਮ ਸਮਝ ਕੇ ਪਰਮ ਪਦ ਦੀ ਪ੍ਰਾਪਤੀ ਕਰ ਲਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਲਈ ਨਿਰੰਕਾਰ ਤੋਂ ਉੱਚਾ ਹੋਰ ਕੋਈ ਵਿਚਾਰ ਪ੍ਰਤੀਤ ਨਹੀਂ ਹੈ ਜੀ। ਭਾਵ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਸ ਕਰਤਾ ਪੁਰਖ ਨਿਰੰਕਾਰ ਪਰਮੇਸ਼ਰ ਤੋਂ ਹੋਰ ਕੋਈ ਸਤਾ ਨਹੀਂ ਹੈ ਜੀ, ਜੋ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਜੀ, ਅਤੇ ਸਭ ਕੁਛ ਜਿਸ ਦੇ ਹੁਕਮ ਵਿੱਚ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਦੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ ਨਿਰੰਕਾਰ ਵਸ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੇ ਗੁਰਮੁਖ ਸਾਧਕ ਸੰਸਾਰਿਕ ਬੰਧਨਾਂ ਨੂੰ ਤੋੜ ਕੇ ਭਾਵ ਮਾਇਆਵੀ ਵਿਕਾਰ ਅਤੇ ਮੋਹ ਮਾਇਆ ਦੇ ਵਿਕਾਰਾਂ ਨੂੰ ਤ੍ਰੈ ਗੁਣ ਰੱਜੋ ਸਤੋ ਤਮੋ ਤੋੜ ਕੇ ਖਤਮ ਕਰਕੇ ਵੈਰ ਭਾਵ ਤੋਂ ਰਹਿਤ ਹੋ ਜਾਂਦੇ ਹਨ ਜੀ। ਅਤੇ ਉਹ ਦਿਨ ਰਾਤ ਹਰ ਰੋਜ਼ ਹਰ ਵੇਲੇ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨਾਂ ਨੂੰ ਪੂਜਦੇ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੱਗੇ ਰਹਿੰਦੇ ਹਨ ਜੀ। ਉਹ ਹਰ ਇੱਕ ਕੰਮ ਹਰ ਇੱਕ ਚੀਜ਼ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਉਸ ਦੇ ਪਰਮੇਸ਼ਰ ਦੇ ਹੁਕਮ ਸਮਝ ਕੇ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੂੰ ਹਰ ਪਾਸੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਉਹਨਾਂ ਜੀਆਂ ਨੂੰ ਫਿਰ ਮਿਲਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਗੁਰਮੁਖ ਜਗਿਆਸੂ, ਸਾਧ ਸੰਗਤ ਵਿੱਚ ਮਿਲ ਕੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਤਮਿਕ ਗੁਣਾਂ ਦਾ ਆਨੰਦ ਮਾਣੋ ਜੀ, ਅਤੇ ਪਰਮੇਸ਼ਰ ਪਰਮਾਨੰਦ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਦਾ ਗਾਇਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ, ਗੁਰਸ਼ਬਦ ਗੁਰਬਾਣੀ ਨਾਮ ਰੂਪ ਰਾਮ ਨਾਮ ਰੂਪ ਤੱਤ ਦਾ ਵਿਚਾਰ ਕਰੋ ਜੀ, ਅਤੇ ਦੁਰਲਭ ਮਨੁੱਖਾ ਦੇਹੀ ਦਾ ਉਧਾਰ ਕਰੋ ਜੀ। ਭਾਵ ਇਸ ਮਨੁੱਖਾ ਦੇਹੀ ਵਿੱਚ ਆਏ ਅਸੀਂ ਹਾਂ, ਉਸ ਨੂੰ ਅਸੀਂ ਸਵਾਰ ਲਈਏ ਜੀ। ਫਿਰ ਗੁਰੂ ਜੀ ਕਹਿੰਦੇ, ਗੁਰਸ਼ਬਦ ਗੁਰਬਾਣੀ ਨਾਮ ਪਰਮੇਸ਼ਰ ਹਰ ਦੇ ਅੰਮ੍ਰਿਤ ਰੂਪ ਬਚਨਾਂ ਅਤੇ ਗੁਣਾਂ ਦਾ ਗਾਇਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ, ਜੀਵਨ ਨੂੰ ਤਰਨ ਦਾ ਇਹ ਇੱਕ ਮਨੋਰਥ ਉੱਚਾ ਅਥਵਾ ਸਾਧਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅੱਠੇ ਪੈਰ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਅਪਣਾ ਕੇ ਮਾਇਆਵੀ ਵਿਕਾਰ ਖਤਮ ਕਰਕੇ ਉਸ ਪਰਮੇਸ਼ਰ ਨੂੰ ਆਪਣੇ ਅੰਦਰ ਮਨ ਤਨ ਆਪਣੇ ਹਿਰਦੇ ਵਿੱਚ ਵੇਖੋ ਜੀ। ਅਜਿਹਾ ਕਰਨ ਨਾਲ ਮਨ ਦਾ ਅਗਿਆਨ ਰੂਪ ਅੰਧੇਰਾ ਮਿਟ ਜਾਂਦਾ ਹੈ ਜੀ, ਅਤੇ ਮਾਇਆਵੀ ਅੰਧਕਾਰ ਨਸ਼ਟ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਰੂਪ ਉਪਦੇਸ਼ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਕਰਨ ਨਾਲ ਮਨ ਇੱਛੇ ਫਲ
ਪ੍ਰਾਪਤ ਕਰ ਲਵੋਗੇ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਗੁਰਸ਼ਬਦ ਗੁਰਬਾਣੀ ਨਾਮ ਰੂਪ ਰਾਮ ਦੇ ਨਾਮ ਨੂੰ ਹਿਰਦੇ ਅੰਦਰ ਤਾਰ ਕੇ ਲੋਕ ਅਤੇ ਪਰਲੋਕ ਦੋਹਾਂ ਨੂੰ ਸਵਾਰ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਪੂਰੇ ਗੁਰੂ ਦੀ ਦਿੱਤੀ ਗੁਰਸ਼ਬਦ ਗੁਰਬਾਣੀ ਨਾਮ ਦੀ ਸਿੱਖਿਆ ਜਿਸ ਗੁਰਮੁਖ ਸਾਧਕ ਦੇ ਮਨ ਵਿੱਚ ਵਸ ਜਾਂਦੀ ਹੈ ਜੀ, ਉਸ ਨੂੰ ਸਤ ਸਰੂਪ ਪਰਮੇਸ਼ਰ ਦੀ ਪਰਖ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਪਰਮੇਸ਼ਰ ਵਿੱਚ ਲਿਵ ਲਗਾ ਕੇ ਮਨ ਅਤੇ ਤਨ ਨਾਲ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪੋ ਜੀ। ਅਜਿਹਾ ਕਰਨ ਨਾਲ ਦੁੱਖ ਦਰਦ ਅਤੇ ਮਨ ਤੋਂ ਭੈ ਜਮਾ ਦਾ ਡਰ ਜੰਮਣ ਮਰਨ ਦੂਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਵਣਜ ਵਪਾਰ ਕਰਨ ਵਾਲੇ ਜੀਵ, ਗੁਰਸ਼ਬਦ ਗੁਰਬਾਣੀ ਨਾਮ ਰੂਪ ਸੱਚ ਦਾ ਵਪਾਰ ਕਰੋ ਜੀ। ਤੇਰੀ ਗੁਰਸ਼ਬਦ ਗੁਰਬਾਣੀ ਨਾਮ ਦੀ ਵਣਜ ਕੀਤੀ ਹੋਈ ਜੀਵਨ ਰੂਪ ਵਸਤੂ ਈਸ਼ਵਰੀ ਦਰਗਾਹ ਵਿੱਚ ਸਿਰੇ ਚੜ ਜਾਵੇਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਵਣਜਾਰੇ ਮਨੁੱਖ, ਵਣਜ ਵਪਾਰ ਕਰਨ ਵਾਲੇ ਮਨੁੱਖ, ਇੱਕ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਮਨ ਵਿੱਚ ਟੇਕ ਰੱਖੋ ਜੀ। ਤਾਂ ਫਿਰ ਤੁਹਾਡੀ ਆਵਾਜਾਈ ਪਾਪ ਆਵਾਗਮਨ ਜੰਮਣਾ ਮਰਨਾ ਖਤਮ ਹੋ ਜਾਏਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਪਰਮੇਸ਼ਰ ਤੋਂ ਦੂਰ ਦੌੜ ਕੇ ਕੋਈ ਕਿੱਥੇ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਰੱਖਿਆ ਕਰਨ ਵਾਲੇ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਅਰਾਧਨਾ ਕਰਕੇ ਹੀ ਤਰਨਾ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਨਿਰਭਉ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਣ ਨਾਲ ਸਾਰੇ ਡਰ ਭੈ ਮਿਟ ਜਾਂਦੇ ਹਨ ਜੀ, ਖਤਮ ਹੋ ਜਾਂਦੇ ਹਨ ਜੀ। ਅਤੇ ਪਰਮੇਸ਼ਰ ਦੀ ਕਿਰਪਾ ਨਾਲ ਪ੍ਰਾਣੀ ਮਨੁੱਖ ਮਾਇਆਵੀ ਪ੍ਰਪੰਚ ਤੋਂ ਛੁੱਟ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ, ਜਿਸ ਦੀ ਰੱਖਿਆ ਪਰਮੇਸ਼ਰ ਕਰਦਾ ਹੈ ਜੀ, ਉਸ ਨੂੰ ਕੋਈ ਵੀ ਦੁੱਖ ਪ੍ਰਭਾਵਿਤ ਨਹੀਂ ਕਰ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਜਪਣ ਨਾਲ ਮਨ ਵਿੱਚ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ ਜੀ ਅਤੇ ਹਰ ਪ੍ਰਕਾਰ ਦੀ ਚਿੰਤਾ ਖਤਮ ਹੋ ਜਾਂਦੀ ਹੈ ਜੀ। ਹੰਕਾਰ ਮਿਟ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਗੁਰਮੁਖ ਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ ਜੀ। ਭਾਵ ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ, ਜਿਸ ਦੇ ਸਿਰ ਉੱਪਰ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੂਰਮਾ ਰੱਖਿਆ ਲਈ ਖੜੋਤਾ ਹੋਵੇ, ਸੂਰਮਾ ਭਾਵ ਰੱਖਿਆ ਵਾਸਤੇ ਪਰਮੇਸ਼ਰ ਹੋਵੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰੂ ਦੀ ਗੁਰਸ਼ਬਦ ਗੁਰਬਾਣੀ ਨਾਮ ਦੀ ਸਿੱਖਿਆ ਪੂਰੀ ਹੈ ਜੀ ਅਤੇ ਜਿਸ ਦੀ ਦ੍ਰਿਸ਼ਟੀ ਅੰਮ੍ਰਿਤ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਸ ਗੁਰਮੁਖ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਦਰਸ਼ਨ ਕਰਨ ਨਾਲ ਸਾਰੀ ਸ੍ਰਿਸ਼ਟੀ ਤਰ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਕਮਲ ਅਨੂਪਮ ਹਨ ਜੀ ਅਤੇ ਉਸ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦਾ ਦਰਸ਼ਨ ਸਫਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਗੁਰੂ ਦੀ ਕੀਤੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੇਵਾ ਧਨ ਹੈ ਜੀ ਅਤੇ ਉਹ ਗੁਰਮੁਖ ਸੇਵਕ ਈਸ਼ਵਰੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਅੰਤਰਜਾਮੀ ਅਤੇ ਸ਼੍ਰੋਮਣੀ
ਪ੍ਰਧਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਦੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਵਸ ਜਾਂਦਾ ਹੈ ਜੀ, ਉਹ ਗੁਰਮੁਖ ਸੇਵਕ ਨਿਹਾਲ ਹੋ ਜਾਂਦੇ ਹਨ ਜੀ, ਅਤੇ ਉਹਨਾਂ ਦੇ ਨੇੜੇ ਕਾਲ ਨਹੀਂ ਆ ਸਕਦਾ ਜੀ। ਭਾਵ ਉਹਨਾਂ ਨੂੰ ਜਾਂ ਮੌਤ ਦਾ ਡਰ ਨਹੀਂ ਲੱਗਦਾ ਜੀ। ਉਹ ਜੰਮਣ ਮਰਨ ਦੇ ਆਵਾਗਮਨ ਦੇ ਗੇੜ ਵਿੱਚ ਨਹੀਂ ਬਹਿੰਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਾਧ ਸੰਗਤ ਵਿੱਚ ਪਰਮੇਸ਼ਰ ਹਰਿ ਦੇ ਨੂੰ ਧਿਆਇਆ ਹੈ ਜੀ, ਉਹ ਗੁਰਮੁਖ ਅਮਰ ਹੋ ਜਾਂਦੇ ਹਨ ਜੀ, ਅਤੇ ਅੰਮ੍ਰਿਤਾ ਦੀ ਪਦਵੀ ਪ੍ਰਦਾਨ ਕਰਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੇ ਵਿੱਚ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਨੂੰ ਪਰਮੇਸ਼ਰ ਨੇ ਸੁੰਦਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਤੇ ਅੰਮ੍ਰਿਤ ਦ੍ਰਿਸ਼ਟੀ ਬਖਸ਼ੀ ਹੈ ਜੀ, ਉਸਨੂੰ ਹਰ ਪਾਸੇ ਪਰਮੇਸ਼ਰ ਦੀ ਜੋਤ ਹੀ ਦਿਖਾਈ ਦਿੰਦੀ ਹੈ ਜੀ। ਕਰਤਾ ਪੁਰਖ ਦੀ ਸ਼ਕਤੀ ਤੋਂ ਬਿਨਾਂ ਕੋਈ ਵਿਅਕਤੀ ਕਿਸੇ ਤਰ੍ਹਾਂ ਦਾ ਕਰਤੱਵ ਨਹੀਂ ਕਰ ਸਕਦਾ ਜੀ। ਸਭ ਜੀਆਂ ਦੀ ਪਾਲਣਾ ਤੇ ਸੰਭਾਲਣਾ ਦੀ ਜੁਗਤੀ ਵੀ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਹੀ ਰੱਖੀ ਹੋਈ ਹੈ ਜੀ। ਭਾਵੇਂ ਉਹ ਕਰਨਹਾਰ ਕਰਤਾ ਪੁਰਖ ਅਦ੍ਰਿਸ਼ਟ ਹੈ ਜੀ, ਪਰ ਜਿਸ ਗੁਰਮੁਖ ਨੇ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਉਸ ਪਰਮੇਸ਼ਰ ਤੇ ਪੂਰਾ ਵਿਸ਼ਵਾਸ ਕੀਤਾ ਹੈ ਜੀ, ਉਸ ਨੂੰ ਜਲ ਥਲ ਵਿੱਚ ਇੱਕੋ ਪਰਮੇਸ਼ਰ ਦੀ ਜੋਤ ਹੀ ਦਿਖਾਈ ਦਿੰਦੀ ਹੈ ਜੀ। ਹਰ ਇੱਕ ਦੇ ਵਿੱਚ ਉਸ ਨੂੰ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਣ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਜਪਦੇ ਰਹੋ ਜੀ, ਗਾਉਂਦੇ ਰਹੋ ਜੀ, ਅਤੇ ਅੰਦਰ ਬਾਹਰ ਹਰ ਵੇਲੇ ਗੁਰੂ ਪਰਮੇਸ਼ਰ ਜੀ ਨੂੰ ਆਪਣੇ ਨਾਲ ਅੰਗ ਸੰਗ ਅਨੁਭਵ ਕਰੋ ਜੀ। ਜਿਸ ਤਰ੍ਹਾਂ ਇਸ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ, ਸਿਰ ਉਪਰ ਠਾਡਾ ਗੁਰਸੂਰਾ ਲਈ ਮਨ ਵਿੱਚ ਵਿਸ਼ਵਾਸ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੇਵਾ ਕਰੋ ਪਰਮੇਸ਼ਰ ਦੀ ਹਜ਼ੂਰੀ ਵਿੱਚ, ਭਾਵ ਹੁਕਮ 'ਚ ਰਹੋ ਜੀ। ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਮਾਇਆ ਵਿਕਾਰ ਖਤਮ ਕਰਕੇ, ਹਉਮੈ ਖਤਮ ਕਰਕੇ ਪਰਮੇਸ਼ਰ ਦੇ ਹੁਕਮ ਨੂੰ ਰਵੋ, ਹੁਕਮ ਨੂੰ ਬੁੱਝੋ। ਇਸ ਨਾਲ ਹਲਤ ਪਲਤ ਦੋਵੇਂ ਸੁਹੇਲੇ ਹੋ ਜਾਣਗੇ ਜੀ। ਇਸ ਉੱਤਮ ਵਣਜ ਵਪਾਰ ਨਾਲ ਜਿਸ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਵਸ ਜਾਂਦਾ ਹੈ ਜੀ, ਉਹ ਗੁਰਮੁਖ ਨਦਰੀ ਨਿਹਾਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਸਾਰੀ ਸ੍ਰਿਸ਼ਟੀ ਦਾ ਉਧਾਰ ਕਰ ਦਿੰਦੀ ਹੈ ਜੀ, ਉਸ ਗੁਰੂ ਦਾ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਪਣੇ ਮਨ ਅਤੇ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ ਜੀ, ਜਿਸ ਨਾਲ ਆਵਾਗਮਨ ਦੀ ਨਿਵਰਤੀ ਹੋ ਜਾਂਦੀ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਪਣੇ ਮਾਇਆਵੀ ਵਿਕਾਰਾਂ ਨੂੰ ਖਤਮ ਕਰਕੇ ਪਰਮੇਸ਼ਰ ਅੱਗੇ ਅਰਦਾਸ ਤੇ ਬੇਨਤੀ ਕਰਨੀ ਹੈ ਜੀ, ਕਿ ਆਪਣੀ ਕਿਰਪਾ ਲਾ ਕੇ ਸਾਨੂੰ ਆਪਣੇ ਨਾਲ ਲਗਾ ਲਵੇ ਜੀ। ਫਿਰ ਗੁਰੂ ਦੀ ਕਿਰਪਾ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੀ ਅਰਾਧਨਾ ਤੇ ਸਿਮਰਨ ਸਾਧਨਾ ਨਾਲ ਜਗਿਆਸੂ ਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ ਜੀ। ਸੋ ਗੁਰੂ ਜੀ ਕਹਿੰਦੇ ਹਨ ਕਿ ਅਸੀਂ ਜੋ ਵਣਜ ਵਪਾਰ ਕਰਨਾ ਹੈ ਜੀ, ਉਹ ਸੱਚ ਦੇ ਵਪਾਰੀ ਕਰਨਾ ਹੈ ਜੀ। ਵਪਾਰੀ ਬਣੋ ਜੋ ਕਿ ਤੁਹਾਨੂੰ ਅੱਗੇ ਦਰਗਾਹ ਵਿੱਚ ਤੁਹਾਡੇ ਕੰਮ ਆਵੇ ਜੀ। ਜਿਸ ਤਰ੍ਹਾਂ ਇਸ ਅਸ਼ਟਪਦੀ ਦੀ 6ਵੇਂ ਪਦ ਵਿੱਚ ਗੁਰੂ ਜੀ ਕਹਿੰਦੇ ਹਨ, ਸੱਚ ਵਪਾਰ ਕਰੋ ਵਪਾਰੀ, ਤਰਕੇ ਨਿਭੇ ਖੇਪ ਤੁਮਾਰੀ। ਸੱਚ ਵਪਾਰ ਕਰੋ ਵਪਾਰੀ, ਦਰਗੇ ਨਿਭੇ ਖੇਪ ਤੁਮਾਰੀ।
ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।